पहली गल तो यह है। दूसरी अहम गल जिहड़ी है वो सानू वेखनी पवेगी कि जहांगीर अपनी तुस्के जहांगीरी दे विच की लिखदा है। ये पहला जिहड़ी रचना है ये फारसी दे विच सी। 1934 दे विच तुहाडे नेड़े लखनऊ दे विच सब तो पहला इसनूं छापिया गया। जदों लखनऊ दे विच तुस्के जहांगीरी छपी फिर उस तो बाद 2002 दे विच इसका उर्दू अनुवाद आया और इहदे विच एक छोटा जिहा सब टाइटल है अर्जन का कत्ल। हुण अर्जन का कत्ल ये जहांगीर खुद लिख रहा है तो ये सब तो वड्डी गवाही है गुरु साहब की शहादत की कि गुरु साहब शहीदों के सरताज किंज ने। इहदे विच जहांगीर लिखदा है तुस्के जहांगीरी दे विच कि मैनू खबरां मिल रही सी दरियाए गोइंदवाल के कंढे के उपर एक काफिर ने दुकाने बातल फारसी च कहा जाता है झूठ की दुकान शुरू की। ये सिੱਖੀ के बारे उसके शब्द ने ते बहुत सारे मुसलमान ते हिंदू भी उस तो प्रभावित होकर उहदे धर्म के दायरे दे विच जा रहे हैं। इसका मतलब कि जहांगीर नूं ये महसूस हो रहा है कि गुरु साहब की जनतक शक्ति बहुत वधदी जा रही है। फिर अगली गल वो करता है कहता मैं मुर्तज़ा खान नूं, मुर्तज़ा खान कौन सी इसका मैं बाद जिक्र करना है। मैं मुर्तज़ा खान नूं हुक्म कीता है कि गुरु का माल असबाब जब्त करके जे वो दीने इस्लाम च आ जाए तो उसकी जान बख्श दी जाए। फिर उसकी आखिरी लाइन है अमर करदम। अमर शब्द संस्कृत का भी है, अमर शब्द फारसी का भी है। गुरु ग्रंथ साहब महाराज दे विच दोवां ही भाषाओं दे विचों शब्द आया। असी पढ़ते हैं पी अमृत आघान्या गुर अमर तराया। उत्थे अमर है मौत तो रहत, उत्थे शब्द आया संस्कृत दे विचों। एक असी आसा दी वार च कहने सच्चे तेरे अमर सच्चे दीवान, उत्थे अमर शब्द फारसी चो आया। उत्थे इसका अर्थ है हुक्म। अमर करदम मैं हुक्म किया ऊ रा वा कतल करदम सियासत वाबा यासा रसानंद कि गुरु अर्जन नूं यासा व सियासत की धारा के अधीन कतल कर दिता जाए। पर ये तो जी पहली लाइन है कि जे गुरु अपने अकीदे नूं छड्ड के दीने इस्लाम दे विच आ जाए तो फिर जान बख्श दी जाए। दुनिया दे विच जिहड़ियां पहलियां शहादतां होईयां ने उन्हां दे विचों किसी भी शहीद नूं जिंदगी जीण दी ऑफर दिती ही नहीं गई। ये दूजा कारण है। उन्हां दे वास्ते जिंदगी जीण दा कोई दरवाजा खुला ही नहीं सी, मौत दे फतवे सी। नहीं तो किते करबला के मैदान के बारे एक फारसी की किताब है तरीखे इस्लाम अकबर नजीबाबादी की लिखी हुई, वो पढ़ के वेखो किते ਉਹਦੇ ਵਿੱਚ ਤਾਂ ਮੁਹੰਮਦ ਸਾਹਿਬ ਦੇ ਦੋਹਤੇ ਜਿਹੜੇ ਨੇ ਉਹ ਤਰਲੇ ਲੈ ਰਹੇ ਨੇ ਕਿ ਮੈਨੂੰ ਜਾਨ ਦਿੱਤਾ ਜਾਵੇ, ਮੈਨੂੰ ਛੱਡ ਦਿੱਤਾ ਜਾਵੇ। ਪਰ ਕਤਲ ਕਰ ਦਿੱਤਾ ਜਾਂਦਾ ਹੈ ਤੇ ਉਹਨੂੰ ਬੇਸ਼ੱਕ ਸ਼ਹਾਦਤ ਮੰਨਿਆ ਜਾਂਦਾ ਹੈ, ਪਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੀ ਵਿਲੱਖਣਤਾ ਇਹ ਹੈ ਕਿ ਜ਼ਿੰਦਗੀ ਜਿਉਣ ਦਾ ਦਰਵਾਜ਼ਾ ਖੁੱਲ੍ਹਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਚਾਰਧਾਰਾ ਨੂੰ ਛੱਡ ਕੇ ਇਸਲਾਮ ਦੇ ਵਿੱਚ ਆ ਜਾਓ ਤੇ ਜ਼ਿੰਦਗੀ ਜੀ ਸਕਦੇ ਹੋ। ਇਸ ਕਰਕੇ ਗੁਰੂ ਸਾਹਿਬ ਸ਼ਹੀਦਾਂ ਦੇ ਸਰਤਾਜ ਨੇ ਕਿ ਦੋ ਗੱਲਾਂ, ਮਕਤਲ ਦੇ ਵਿੱਚ ਖੁਦ ਚੱਲ ਕੇ ਜਾਂਦੇ ਨੇ ਤੇ ਜ਼ਿੰਦਗੀ ਜਿਉਣ ਦਾ ਦਰਵਾਜ਼ਾ ਖੁੱਲ੍ਹਾ ਹੈ, ਉਹਨੂੰ ਛੱਡ ਕੇ ਮੌਤ ਦੇ ਰਾਹ ਨੂੰ ਪ੍ਰਵਾਨ ਕਰਦੇ ਨੇ। ਇਸ ਤੋਂ ਪਹਿਲਾਂ ਦੁਨੀਆ ਦੇ ਧਾਰਮਿਕ ਇਤਿਹਾਸ ਦੇ ਵਿੱਚ ਇਹ ਵਰਤਾਰੇ ਨਹੀਂ ਵਾਪਰੇ। ਇਹ ਦੋ ਖਾਸ ਵਿਲੱਖਣਤਾਵਾਂ ਨੇ ਜਿਨ੍ਹਾਂ ਦੇ ਕਰਕੇ ਅਸੀਂ ਕਹਿੰਦੇ ਗੁਰੂ ਅਰਜਨ ਸਾਹਿਬ ਸ਼ਹੀਦਾਂ ਦੇ ਸਿਰਤਾਜ। ਹੁਣ ਸਿਆਸਤ ਬਾਬਾ ਯਾਸਾ ਰਸਾਨੰਦ, ਇਹਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੈ ਇਸਲਾਮ ਦੇ 72 ਫਿਲਕਿਆਂ ਦੇ ਵਿੱਚੋਂ ਨਕਸ਼ਬੰਦੀ ਸਿਲਸਿਲੇ ਦਾ। ਨਕਸ਼ਬੰਦੀਆਂ ਦੇ ਵਿੱਚ ਸ਼ੀਆ ਵੀ ਨੇ ਔਰ ਸੁੰਨੀ ਵੀ ਨੇ, ਪਰ ਜ਼ਿਆਦਾਤਰ ਸੁੰਨੀ ਨੇ। ਸਈਦਾਂ ਦੇ ਵਿੱਚ ਜ਼ਿਆਦਾਤਰ ਸ਼ੀਆ ਨੇ, ਚਿਸ਼ਤੀਆਂ ਦੇ ਵਿੱਚ ਜ਼ਿਆਦਾਤਰ ਸ਼ੀਆ ਨੇ, ਨਿਜ਼ਾਮੀ, ਸਾਬਰੀ ਔਰ ਕਾਦਰੀਆਂ ਦੇ ਵਿੱਚ ਵੀ ਬਹੁਤਾਤ ਸ਼ੀਆ ਮੁਸਲਮਾਨਾਂ ਦੀ ਹੈ। ਇਹ ਜਿਹੜੀ ਸਿਆਸਤ ਬਾਬਾ ਯਾਸਾ ਦੀ ਧਾਰਾ ਹੈ, ਇਹ ਸਭ ਤੋਂ ਪਹਿਲਾਂ ਮੰਗੋਲੀਅਨ ਭਾਸ਼ਾ ਦੇ ਵਿੱਚ 1252 ਦੇ ਵਿੱਚ ਚੰਗੇਜ਼ ਖਾਨ ਨੇ ਲਿਖੀ ਹੈ। ਚੰਗੇਜ਼ ਖਾਨ ਦਾ ਜਿਹੜਾ ਪਹਿਲਾ ਧਰਮ ਸੀ ਉਹ ਸ਼ੈਮੀਅਨ ਸੀ, ਉਹ ਕਬੀਲੇ ਦਾ ਧਰਮ ਸੀ। ਉਹ ਭੂਤਾਂ ਦੀ ਪੂਜਾ ਕਰਦੇ ਸੀ, ਉਹ ਬੁੱਤਾਂ ਦੀ ਪੂਜਾ ਕਰਦੇ ਸੀ, ਉਹ ਰੂਹਾਂ ਦੀ ਪੂਜਾ ਕਰਦੇ ਸੀ, ਉਹ ਜੰਤਰ ਮੰਤਰ ਤੰਤਰ ਦੀ ਪੂਜਾ ਕਰਦੇ ਸੀ। ਇਹਦੇ ਅਧੀਨ ਉਹਨਾਂ ਦੀ ਜ਼ਿੰਦਗੀ ਬੀਤਦੀ ਸੀ।
ਪਰ ਜਦੋਂ ਉਹ ਇਸਲਾਮ ਧਰਮ ਦੇ ਵਿੱਚ ਆ ਗਏ ਤੇ ਉਹਨਾਂ ਨੇ ਇਸਲਾਮ ਧਰਮ ਦੇ ਅਕੀਦੇ ਨੂੰ ਅਪਣਾ ਤੇ ਲਿਆ, ਪਰ ਆਪਣੀਆਂ ਰਵਾਇਤੀ ਜਿਹੜੀਆਂ ਉਹਨਾਂ ਦੀਆਂ ਗੱਲਾਂ ਸੀ ਉਹ ਨਹੀਂ ਛੱਡੀਆਂ। ਤੁਸੀਂ ਵੇਖਿਆ ਹੋਵੇਗਾ ਸਿੱਖ ਧਰਮ 'ਚ ਵੀ ਕਈ ਵਾਰੀ ਕਈ ਕਬੀਲੇ ਐਸੇ ਨੇ ਜਿਨ੍ਹਾਂ ਨੇ ਹੋਇਆ ਕਿ ਉਹਨਾਂ ਨੇ ਸਿੱਖੀ ਨੂੰ ਧਾਰਨ ਵੀ ਕੀਤਾ ਹੈ, ਪਰ ਜਿਹੜੀਆਂ ਉਹਨਾਂ ਦੀਆਂ ਕਬਾਇਲੀ ਰਸਮਾਂ ਸੀ ਉਹਨਾਂ ਨੂੰ ਵੀ ਉਹਨਾਂ ਨੇ ਆਪਣੇ ਨਾਲ ਰੱਖਿਆ, ਸਾਰੀਆਂ ਨਹੀਂ ਤਿਆਗੀਆਂ। ਦੱਖਣ ਵਾਲੇ ਸਿੱਖਾਂ ਦੀ ਇੱਕ ਬਹੁਤ ਵੱਡੀ ਮਿਸਾਲ ਹੈ। ਉਹਨਾਂ ਨੇ ਆਪਣੀਆਂ ਜਿਹੜੀਆਂ ਪੁਰਾਣੀਆਂ ਮਰਿਆਦਾ ਸੀ ਉਹਨਾਂ ਨੂੰ ਵੀ ਕਾਇਮ ਰੱਖਿਆ ਤੇ ਉਹ ਸਿੱਖ ਧਰਮ ਦੇ ਵਿੱਚ ਵੀ ਆ ਰਹੇ ਨੇ। ਇਸੇ ਤਰ੍ਹਾਂ ਇਹ ਜਿਹੜੇ ਮੰਗੋਲੀਅਨ ਲੋਕ ਸੀ ਇਹ ਇਸਲਾਮ ਧਰਮ ਦੇ ਵਿੱਚ ਵੀ ਆਏ, ਪਰ ਇਹਨਾਂ ਨੇ ਆਪਣੀਆਂ ਕਬਾਇਲੀ ਜਿਹੜੀਆਂ ਰਵਾਇਤਾਂ ਸੀ ਉਹ ਵੀ ਰੱਖੀਆਂ। ਇਹਨਾਂ ਦੀ ਇੱਕ ਕਬਾਇਲੀ ਰਵਾਇਤ ਸੀ, ਕਬੀਲੇ ਦੇ ਇਹਨਾਂ ਦੇ ਧਾਰਮਿਕ ਆਗੂ ਨੂੰ ਬਿੱਗੀ ਕਿਹਾ ਜਾਂਦਾ ਸੀ, ਤੇ ਜੇ ਕਿਤੇ ਬਿੱਗੀ ਕੋਈ ਗੁਨਾਹ ਕਰ ਦਵੇ ਤੇ ਕੁਦਰਤੀ ਹੈ ਜੇ ਉਹ ਗੁਨਾਹ ਕਰੇ ਤੇ ਉਹਨੂੰ ਸਜ਼ਾ ਦੇਣੀ ਪਵੇਗੀ। ਪਰ ਉਹਦੇ ਬਾਰੇ ਇੱਕ ਯਕੀਨ ਕੀਤਾ ਜਾਂਦਾ ਸੀ ਕਿ ਬਿੱਗੀ ਜਿਹੜਾ ਹੈ ਜੇ ਕਿਤੇ ਉਹ ਗੁਨਾਹ ਕਰ ਦੇਵੇ ਤੇ ਉਹਨੂੰ ਜਿਹੜੀ ਸਜ਼ਾ ਦੇਣ ਦਾ ਤਰੀਕਾ ਹੈ ਉਹ ਇਸ ਤਰ੍ਹਾਂ ਦਾ ਨਾ ਹੋਵੇ ਕਿ ਉਹਦਾ ਖੂਨ ਜ਼ਮੀਨ ਦੇ ਉੱਪਰ ਡੁੱਲੇ। ਜੇ ਉਹਦਾ ਖੂਨ ਜ਼ਮੀਨ ਦੇ ਉੱਪਰ ਡੁੱਲੇਗਾ ਤੇ ਉਹਦੀਆਂ ਖੂਨ ਦੀਆਂ ਬੂੰਦਾਂ ਦੇ ਵਿੱਚੋਂ ਉਹਦੀਆਂ ਰੂਹਾਂ ਹੋਰ ਪੈਦਾ ਹੋਣਗੀਆਂ ਜਿਹੜੀਆਂ ਕਬੀਲੇ ਨੂੰ ਤੰਗ ਕਰਨਗੀਆਂ। ਇਸ ਕਰਕੇ ਜੇਕਰ ਬਿੱਗੀ ਨੂੰ ਸਜ਼ਾ ਦੇਣੀ ਹੈ, ਜਿਹੜਾ ਸ਼ੈਮੀਅਨ ਧਰਮ ਦੇ ਵਿੱਚ ਮੰਗੋਲਾਂ ਦਾ ਧਾਰਮਿਕ ਆਗੂ ਹੁੰਦਾ ਸੀ, ਜੇਕਰ ਉਹਨੂੰ ਸਜ਼ਾ ਦੇਣੀ ਹੈ ਤੇ ਉਹਦੇ ਵਾਸਤੇ ਉਹ ਤਰੀਕੇ ਤਜਵੀਜ਼ ਕੀਤੇ ਜਾਣ ਕਿ ਉਹਦਾ ਜ਼ਮੀਨ ਦੇ ਉੱਪਰ ਖੂਨ ਨਾ ਡੁੱਲੇ। ਦੂਸਰੀ ਗੱਲ ਸੀ ਬਿੱਗੀ ਨੂੰ ਸਜ਼ਾਏ ਮੌਤ ਤਾਂ ਦਿੱਤੀ ਜਾ ਸਕਦੀ ਹੈ ਜੇ ਉਹਦੀ ਕੀਤੀ ਗਈ ਕਾਰਵਾਈ ਦੇ ਨਾਲ ਰਾਜ ਨੂੰ ਖਤਰਾ ਹੋਵੇ। ਇਹ ਦੋ ਗੱਲਾਂ ਸਮਝਣ ਵਾਲੀਆਂ ਨੇ। ਉਹਨੂੰ ਸਜ਼ਾ ਤਾਂ ਦਿੱਤੀ ਜਾ ਸਕਦੀ ਹੈ ਜੇ ਉਹਦੀ ਕੀਤੀ ਜਾ ਰਹੀ ਕਾਰਵਾਈ ਤੋਂ ਰਾਜ ਨੂੰ ਖਤਰਾ ਹੋਵੇ, ਤੇ ਦੂਸਰੀ ਗੱਲ ਸਜ਼ਾ ਇਸ ਤਰ੍ਹਾਂ ਦਿੱਤੀ ਜਾਵੇ ਕਿ ਉਹਦਾ ਖੂਨ ਜ਼ਮੀਨ ਦੇ ਉੱਪਰ ਨਾ ਡੁੱਲੇ। ਉਹਦੇ ਵਾਸਤੇ ਉਹਨਾਂ 4 ਤਰੀਕੇ ਨਿਰਧਾਰਿਤ ਕੀਤੇ। ਬੰਨ੍ਹ ਕੇ ਦਰਿਆ ਦੇ ਵਿੱਚ ਰੋੜਨਾ, ਦੇਗ ਦੇ ਵਿੱਚ ਉਬਾਲਣਾ ਤੇ ਤਵੀ ਦੇ ਉੱਪਰ ਬਿਠਾ ਦੇਣਾ ਕਿ ਖੂਨ ਨਾਲ ਨਾਲ ਸੜਦਾ ਰਹੇ, ਜ਼ਮੀਨ ਦੇ ਉੱਪਰ ਨਾ ਡੁੱਲੇ। ਇਹ ਸਾਰੇ ਜਿਹੜੇ ਘਟਨਾਕ੍ਰਮ ਦੇ ਇਹ ਤਕਰੀਬਨ 32 ਤਸੀਹੇ ਨੇ ਇਸ ਤਰ੍ਹਾਂ ਦੇ ਜਿਹੜੇ ਬਲੀਗ ਦੇ ਵਿੱਚ ਨੇ, ਜਿਨ੍ਹਾਂ ਦਾ ਜ਼ਿਕਰ ਚੰਗੇਜ਼ ਖਾਨ ਨੇ ਕੀਤਾ। ਸੋ ਉਸੇ ਵਿੱਚ ਹੀ ਇਹ ਤਸੀਹਾ ਹੁੰਦਾ ਸਿਆਸਤ ਵਾਬਾ ਜਾਸਾ। ਸਿਆਸਤ ਵਾਬਾ ਜਾਸਾ ਦਾ ਭਾਵ ਹੀ ਇਹ ਹੈ ਕਿ ਧਾਰਮਿਕ ਵਿਅਕਤੀ ਨੂੰ ਜਾਸਾ ਦੇ ਕਾਨੂੰਨ ਅਧੀਨ ਸਜ਼ਾ ਦੇਣੀ। ਸਜ਼ਾ ਇਸ ਕਰਕੇ ਦੇਣੀ ਕਿ ਉਹਦੀ ਧਾਰਮਿਕ ਪ੍ਰਵਿਰਤੀ ਜਿਹੜੀ ਹੈ ਨਾ, ਉਹਦਾ ਅਸਰ ਜਿਹੜਾ ਹੈ ਉਹ ਸਿਆਸਤ ਦੇ ਉੱਪਰ ਪੈ ਰਿਹਾ। ਹੁਣ ਇਹੀ ਗੱਲ ਜਹਾਂਗੀਰ ਕਹਿ ਰਿਹਾ ਕਿ ਗੁਰੂ ਅਰਜਨ ਸਾਹਿਬ ਦੇ ਮੁਰੀਦ ਹਿੰਦੂ ਤੇ ਸਿੱਖ ਤੇ ਮੁਸਲਮਾਨ ਬਣਦੇ ਜਾ ਰਹੇ ਨੇ, ਤੇ ਹਿੰਦੂ ਤੇ ਮੁਸਲਮਾਨਾਂ ਦਾ ਗੁਰੂ ਸਾਹਿਬ ਦੇ ਮੁਰੀਦ ਬਣਨਾ ਰਾਜ ਦੇ ਵਾਸਤੇ ਖਤਰਾ ਹੈ। ਜਿੰਨੇ ਲੋਕ ਸਿੱਖ ਧਰਮ ਦੇ ਵਿੱਚ ਆਉਣਗੇ ਉਹ ਇਸਲਾਮ ਦੀ ਸਟੇਟ ਤੋਂ ਬਾਗੀ ਹੋਣਗੇ। ਇਹ ਜਹਾਂਗੀਰ ਦੇ ਰਾਜ ਨੂੰ ਖਤਰਾ ਹੈ। ਹੁਣ ਗੁਰੂ ਸਾਹਿਬ ਤੋਂ ਲੋਕ ਪ੍ਰਭਾਵਿਤ ਕਿਉਂ ਹੋ ਰਹੇ ਨੇ, ਇਹ ਸਭ ਤੋਂ ਵੱਡੀ ਅਹਿਮ ਗੱਲ ਹੈ। ਦੁਆਬੇ ਦੇ ਵਿੱਚ ਹੁਸ਼ਿਆਰਪੁਰ ਦੇ ਕੋਲ ਪਿੰਡ ਹੈ ਕੰਗ ਮਾਈ, ਉੱਥੇ ਸਖੀ ਸਰਵਰ। ਨਕਸ਼ਬੰਦੀਆਂ ਦਾ ਅਗਲਾ ਪੜਾਅ ਹੈ ਸਖੀ ਸਰਵਰ ਮੱਥ। ਜਿਸ ਤਰ੍ਹਾਂ ਸਾਡੇ ਧਰਮ ਦੇ ਵਿੱਚ ਸਿੱਖ ਰਹਿਤ ਮਰਿਆਦਾ ਦੇ ਵਿੱਚ 4 ਬੱਜਰ ਕ੍ਰੈਤਾਂ ਨੇ ਕਿ ਆਹ ਬੱਜਰ ਕ੍ਰੈਤਾਂ ਕਰਨ ਤੋਂ ਬਾਅਦ ਸਿੱਖ ਨੂੰ ਪਤਿਤ ਗਿਣਿਆ ਜਾਂਦਾ ਹੈ। ਕੇਸਾਂ ਦਾ ਕਤਲ ਕਰਾਉਣਾ, ਤਮਾਕੂ ਦੀ ਵਰਤੋਂ, ਪਰ ਨਾਰੀ ਜਾਂ ਪਰ ਪੁਰਸ਼ ਗਮਨ ਜਾਂ ਫਿਰ ਕੁੱਠੇ ਦੀ ਵਰਤੋਂ। ਇਸਲਾਮ ਦੇ ਵਿੱਚ 4 ਗੁਨਾਹ ਨੇ। ਇਹਨਾਂ 4 ਗੁਨਾਹਾਂ ਨੂੰ ਕਾਜ਼ੀ ਇਨਾਇਤੁੱਲਾ ਨੇ ਆਪਣੀ ਕਿਤਾਬ ਤਲੀਮੁਲ ਇਸਲਾਮ ਦੇ ਵਿੱਚ ਲਿਖਿਆ। ਇਹ 4 ਗੁਨਾਹ ਨੇ। ਪਹਿਲਾ ਗੁਨਾਹ ਹੈ ਕੁਫਰ, ਰੱਬ ਨੂੰ ਨਾ ਮੰਨਣਾ। ਦੂਸਰਾ ਗੁਨਾਹ ਹੈ ਸ਼ਿਰਕ, ਰੱਬ ਦੀ ਸ਼ਰੀਕੇਬਾਜ਼ੀ ਕਰਨੀ ਕਿ ਕਹਿਣਾ ਮੈਂ ਰੱਬ ਹਾਂ। ਤੀਸਰਾ ਗੁਨਾਹ ਹੈ ਸ਼ਿਰਕ ਫਿਲ ਇਬਾਦਤ, ਆਪਣੇ ਆਪ ਨੂੰ ਰੱਬ ਜਾਣ ਕੇ ਆਪਣੀ ਪੂਜਾ ਕਰਾਉਣੀ। ਤੇ ਜਿਹੜਾ ਸਭ ਤੋਂ ਵੱਡਾ ਗੁਨਾਹ ਹੈ, ਜਿਹੜਾ ਇਸਲਾਮ ਦੇ ਵਿੱਚ ਮਾਫੀਯੋਗ ਨਹੀਂ ਹੈ, ਉਹ ਹੈ ਬਿਦਅਤ, ਕਬਰ ਨੂੰ ਪੂਜਣਾ। ਇੱਕ ਸੱਚਾ ਮੁਸਲਮਾਨ ਕਦੀ ਵੀ ਕਬਰ ਤੇ ਪੂਜਾ ਨਹੀਂ ਕਰਦਾ, ਉਹ ਕਦੀ ਕਬਰ ਤੇ ਨਮਾਜ਼ ਨਹੀਂ ਪੜ੍ਹਦਾ, ਉਹ ਕਦੀ ਕਬਰ ਦੇ ਉੱਪਰ ਉਜ਼ੂ ਨਹੀਂ ਕਰਦਾ, ਉਹ ਕਦੀ ਵੀ ਕਬਰ ਨੂੰ ਆਪਣੇ ਇਸ਼ਟ ਰੂਪ ਵਿੱਚ ਸਵੀਕਾਰ ਨਹੀਂ ਕਰਦਾ। ਬੇਸ਼ੱਕ ਕਿ ਉਹਨਾਂ ਦੇ ਵਡੇਰਿਆਂ ਦੀਆਂ ਕਬਰਾਂ ਹੁੰਦੀਆਂ ਨੇ, ਸਤਿਕਾਰ ਉਹ ਵਡੇਰਿਆਂ ਕਰਕੇ ਕਰਦੇ ਨੇ, ਪਰ ਧਾਰਮਿਕ ਅਕੀਦੇ ਦੇ ਵਿੱਚ ਇਸਲਾਮ ਧਰਮ ਦੇ ਵਿੱਚ ਕਬਰ ਪੂਜਾ ਕਰਨੀ ਬਿਦਅਤ ਹੈ, ਸਭ ਤੋਂ ਵੱਡਾ ਗੁਨਾਹ ਹੈ। ਇਹ ਗੱਲ ਵੱਖਰੀ ਹੈ ਕਿ ਕਬਰਾਂ ਮੁਸਲਮਾਨਾਂ ਦੀਆਂ ਨੇ, ਪੂਜਦੇ ਸਿੱਖ ਨੇ। ਪੰਜਾਬ ਦੇ ਵਿੱਚ ਜਾ ਕੇ ਵੇਖ ਲਓ। ਮੈਂ ਤਾਂ ਬੜਾ ਹੈਰਾਨ ਰਹਿ ਜਾਂਦਾ
ਕੋਈ ਪਿੰਡ ਨਹੀਂ ਬਚਿਆ ਜਿੱਥੇ ਲੱਖਾਂ ਦੇ ਦਾਤੇ ਦੀ ਜਗ੍ਹਾ ਨਾ ਬਣੀ ਹੋਵੇ। ਤੇ ਜਿਹਨੂੰ ਲੱਖਾਂ ਦੇ ਦਾਤਾ ਕਿਹਾ ਜਾਂਦਾ ਸੈਯਦ ਮੁਹੰਮਦ, ਇਹ 1252 ਦੇ ਵਿੱਚ ਇਹ ਪਰਿਵਾਰ ਜਿਹੜਾ ਹੈ ਅਫਗਾਨਿਸਤਾਨ ਦੇ ਇਲਾਕੇ ਤੋਂ ਪਾਕਿਸਤਾਨ ਦੇ ਵਿੱਚ ਆਇਆ ਸੀ। ਇਹ ਵਜ਼ੀਰਾਬਾਦ ਤੋਂ ਲੈ ਕੇ ਧੌਕਲ ਤੱਕ ਤੇ 22 ਕਿਲੋਮੀਟਰ ਦੇ ਏਰੀਏ 'ਚ ਰਿਹਾ। ਪੰਜਾਬ ਦੇ ਇਸ ਏਰੀਏ ਦੇ ਵਿੱਚ ਇਹ ਆਇਆ ਹੀ ਨਹੀਂ। ਤੇ ਕਬਰਾਂ ਹਰ ਪਿੰਡ ਬਣੀਆਂ ਹੋਈਆਂ, ਹਰ ਪਿੰਡ ਦੇ ਵਿੱਚ ਕਬਰਾਂ ਬਣੀਆਂ ਨੇ। ਅਜੇ ਵੀ ਅਸੀਂ ਕਬਰਾਂ ਨੂੰ ਬਣਾਉਣ ਦੇ ਵਿੱਚ, ਮੱਟੀਆਂ ਨੂੰ ਪੂਜਣ ਦੇ ਵਿੱਚ, ਮੱਥੇ ਟੇਕਣ ਦੇ ਵਿੱਚ ਯਕੀਨ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਛੱਡ ਕੇ। ਸੋ ਸਖੀ ਸਰਵਰ ਮੱਤ ਕਬਰ ਪੂਜਾ ਨੂੰ ਜਨਮ ਦਿੰਦਾ ਹੈ, ਪਰ ਬਹੁਤ ਵੱਡੇ ਨਜ਼ਰੀਏ ਦੇ ਵਿੱਚ। ਸਖੀ ਸਰਵਰ ਮੱਤ ਕਬਰ ਪੂਜਾ, ਮਕਬਰੇ, ਰੋਜ਼ੇ ਉਹ ਦੁਨੀਆ ਦੇ ਸਾਹਮਣੇ ਪੇਸ਼ ਕਰਦਾ ਹੈ। ਕਾਹਦੇ ਕਰਕੇ? ਕਿਉਂਕਿ ਮਸਜਿਦ ਦੇ ਵਿੱਚ ਸੰਗੀਤ ਨਹੀਂ ਵਜਾਇਆ ਜਾ ਸਕਦਾ, ਪਰ ਮਕਬਰਿਆਂ ਦੇ ਉੱਪਰ ਕਵਾਲੀਆਂ ਪੜ੍ਹੀਆਂ ਜਾਂਦੀਆਂ ਨੇ। ਜਦੋਂ ਕਵਾਲੀਆਂ ਪੜ੍ਹੀਆਂ ਜਾਂਦੀਆਂ ਨੇ, ਗੀਤ ਸੰਗੀਤ ਹੁੰਦਾ ਹੈ, ਤੇ ਆਮ ਲੋਕੀ ਇਸਲਾਮ ਤੋਂ ਬਿਨਾਂ ਵੀ ਸੁਣਨ ਦੇ ਵਾਸਤੇ ਜਾਂਦੇ ਨੇ। ਤੇ ਉਹ ਬਾਕੀ ਧਰਮਾਂ ਨੂੰ ਇਸਲਾਮ ਦੇ ਵਿੱਚ ਲਿਆਉਣ ਦਾ ਇੱਕ ਰਾਹ ਖੋਲ੍ਹਦੇ ਨੇ ਕਿ ਹਿੰਦੂ ਵੀ ਜਦੋਂ ਕਵਾਲੀ ਸੁਣਨ ਵਾਸਤੇ ਆਵੇਗਾ, ਉਹ ਉਸ ਮਕਬਰੇ ਜਾਂ ਕਬਰ ਦੇ ਮਜ਼ਾਵਰ ਦਾ ਚੇਲਾ ਬਣੇਗਾ ਤੇ ਹੌਲੀ ਹੌਲੀ ਉਹ ਹਿੰਦੂ ਤੋਂ ਇਸਲਾਮ ਧਰਮ ਦੇ ਵਿੱਚ ਆ ਜਾਵੇਗਾ। ਸਖੀ ਸਰਵਰ ਮੱਤ ਇੱਕ ਕੜੀ ਹੈ ਬਾਕੀ ਲੋਕਾਂ ਨੂੰ ਇਸਲਾਮ ਦੇ ਵਿੱਚ ਲਿਆਉਣ ਦੀ। ਹੁਣ ਇਹ ਕੜੀ ਜਿਹੜੀ, ਇਹਨੂੰ ਸਮਝਣਾ ਬਹੁਤ ਜ਼ਰੂਰੀ ਸੀ। ਗੁਰੂ ਅਰਜਨ ਦੇਵ ਮਹਾਰਾਜ ਦੀ ਜਿਹੜੀ ਵਿਚਾਰਧਾਰਾ ਸੀ, ਉਹਨੇ ਸਭ ਤੋਂ ਵੱਡੀ ਸੱਟ ਇਸ ਕੜੀ ਦੇ ਉੱਪਰ ਮਾਰੀ। ਇਸੇ ਗੱਲ ਦਾ ਦੁੱਖ ਜਹਾਂਗੀਰ ਨੂੰ ਹੈ ਕਿ ਜਿਹੜੇ ਸਖੀ ਸਰਵਰ ਮੱਤ ਨੇ ਹਿੰਦੂਆਂ ਨੂੰ ਇਸਲਾਮ 'ਚ ਲਿਆਉਣਾ ਸੀ, ਉਹ ਆਪਣੇ ਹੁਕਮ ਦੇ ਵਿੱਚ ਕਹਿ ਰਿਹਾ ਕਿ ਹਿੰਦੂ ਤੇ ਮੁਸਲਮਾਨ ਤੇ ਦੋਵੇਂ ਸਿੱਖ ਧਰਮ 'ਚ ਜਾ ਰਹੇ ਨੇ। ਉਹ ਕਿਉਂ ਜਾ ਰਹੇ ਨੇ? ਹੁਣ ਗੱਲ, ਸਵਾਲ ਇੱਥੇ ਪੈਦਾ ਹੋ ਜਾਂਦਾ ਹੈ ਕਿ ਉਹ ਜਾ ਕਿਉਂ ਰਹੇ ਨੇ? ਕੀ ਵਿਲੱਖਣਤਾ ਹੈ ਗੁਰੂ ਅਰਜਨ ਦੇਵ ਮਹਾਰਾਜ ਦੇ ਵਿੱਚ? ਕੰਗਮਾਈ ਰਹਿਣ ਵਾਲਾ ਭਾਈ ਮੰਝ ਸਖੀ ਸਰਵਰ ਦਾ ਚੇਲਾ ਹੈ। ਘਰ ਦੇ ਵਿੱਚ ਕਬਰ ਸਮਾਧ ਬਣਾਈ ਹੋਈ ਹੈ, ਉਸ ਦੀ ਪੂਜਾ ਕਰਦਾ ਹੈ। ਹਰ ਸਾਲ ਕੰਗਮਾਈ ਪਿੰਡ ਤੋਂ ਨਿਗਾਹੇ ਸੰਗ ਲੈ ਕੇ ਜਾਂਦਾ ਹੈ, ਲੋਕਾਂ ਨੂੰ ਇਕੱਠਾ ਕਰਦਾ ਹੈ ਤੇ ਹਰ ਸਾਲ ਉੱਥੇ ਜਾਂਦਾ ਹੈ। ਇੱਕ ਸਾਲ ਜਾ ਰਿਹਾ, ਹਨੇਰਾ ਹੋ ਗਿਆ, ਕਿਉਂਕਿ ਅਕਸਰ ਜਦੋਂ ਇਹ ਲੋਕ ਇਵੇਂ ਦੀ ਜ਼ਿਆਰਤ ਦੇ ਵਾਸਤੇ ਜਾਂਦੇ ਸੀ, ਇਵੇਂ ਦੀ ਯਾਤਰਾ ਦੇ ਉੱਪਰ ਜਾਂਦੇ ਸੀ, ਆਪਣੇ ਮਜ਼ਾਵਰ ਨੂੰ ਭੇਟ ਕਰਨ ਦੇ ਵਾਸਤੇ ਕੁਝ ਮਾਇਆ, ਕੁਝ ਅਨਾਜ, ਕੁਝ ਕਣਕ ਦਾਣਾ ਲੈ ਕੇ ਜਾਂਦੇ ਸੀ। ਕੁਦਰਤਨ ਕੁਝ ਨਾ ਕੁਝ ਕੋਲ ਸੀ। ਹਨੇਰਾ ਹੋ ਗਿਆ ਤੇ ਕਿਸੇ ਨੇ ਸਲਾਹ ਦਿੱਤੀ, ਹਨੇਰਾ ਹੋ ਗਿਆ, ਹੁਣ ਤੁਸੀਂ ਅੱਗੇ ਨਾ ਜਾਓ, ਅੰਮ੍ਰਿਤਸਰ ਤੱਕ ਪਹੁੰਚ ਜਾਓ। ਜੇ ਤੁਸੀਂ ਉੱਥੇ ਰੁਕ ਜਾਓ ਨਾ, ਤੇ ਉੱਥੇ ਸਿੱਖਾਂ ਦਾ ਗੁਰੂ ਹੈ, ਤੁਸੀਂ ਉੱਥੇ ਰਾਤ ਵਿਸ਼ਰਾਮ ਕਰੋ, ਤੁਹਾਨੂੰ ਲੁੱਟਿਆ ਨਹੀਂ ਜਾ ਸਕਦਾ, ਤੁਹਾਡਾ ਕੋਈ ਨੁਕਸਾਨ ਨਹੀਂ ਹੋਵੇਗਾ। ਜਿੱਥੇ ਅੰਮ੍ਰਿਤਸਰ ਦਾ ਅੱਜ ਪੁਤਲੀ ਘਰ ਦਾ ਇਲਾਕਾ ਹੈ, ਭਾਈ ਮੰਝ ਨੇ ਆਪਣੇ ਸੰਗ ਦੇ ਸਮੇਤ ਉੱਥੇ ਆ ਕੇ ਵਿਸ਼ਰਾਮ ਕੀਤਾ। ਮਨ ਦੇ ਵਿੱਚ ਇੱਕ ਖਿਆਲ ਪੈਦਾ ਹੋਇਆ ਕਿ ਜਿਸ ਗੁਰੂ ਦੀ ਇਵੇਂ ਦੀ ਸੋਭਾ ਹੈ ਕਿ ਉਹਦੇ ਸ਼ਹਿਰ ਦੇ ਵਿੱਚ ਜੇਕਰ ਅਸੀਂ ਉਹਨੂੰ ਮੰਨਣ ਵਾਲੇ ਨਹੀਂ ਹਾਂ, ਅਸੀਂ ਮੰਨਣ ਵਾਲੇ ਤੇ ਸਖੀ ਸਰਵਰ ਦੇ ਹਾਂ, ਪਰ ਗੁਰੂ ਦੀ ਐਸੀ ਸੋਭਾ ਹੈ, ਗੁਰੂ ਦੀ ਐਸੀ ਵਿਚਾਰਧਾਰਾ ਹੈ ਕਿ ਅਸੀਂ ਉਸਦੇ ਅਨੁਯਾਈ ਨਹੀਂ, ਅਸੀਂ ਉਸਦੇ ਮੁਰੀਦ ਨਹੀਂ, ਪਰ ਉਹਦੇ ਸ਼ਹਿਰ ਦੇ ਵਿੱਚ ਜੇ ਅਸੀਂ ਟਿਕਾਣਾ ਕਰੀਏ ਤੇ ਸਾਨੂੰ ਕੋਈ ਲੁੱਟ ਨਹੀਂ ਸਕਦਾ। ਵੇਖਣਾ ਤੇ ਚਾਹੀਦਾ ਗੁਰੂ ਕੈਸਾ ਹੈ, ਵੇਖਾਂ ਤੇ ਸਹੀ ਗੁਰੂ ਕਿਵੇਂ ਦਾ ਹੈ। ਸਵੇਰੇ ਅੰਮ੍ਰਿਤ ਵੇਲੇ ਤੋਂ ਬਾਅਦ ਉੱਠਿਆ ਤੇ ਚਲਾ ਗਿਆ ਜਿੱਥੇ ਗੁਰਦੇਵ ਪਾਤਸ਼ਾਹ ਹਰਿਮੰਦਰ ਸਾਹਿਬ ਦੀ ਸੇਵਾ ਕਰਾ ਰਹੇ ਸੀ। ਕਾਬਲ ਤੋਂ ਸੰਗਤ ਆਈ ਹੋਈ ਸੀ, ਬੜੀ ਚਹਿਲ ਪਹਿਲ ਸੀ, ਬਹੁਤ ਸੰਗਤਾਂ ਨੇ ਉੱਥੇ। ਇੱਕ ਸਿੱਖ ਨੂੰ ਪੁੱਛਦਾ ਹੈ ਕਿ ਗੁਰੂ ਅਰਜਨ ਕੌਣ ਹੈ, ਜਿਨ੍ਹਾਂ ਦੇ ਕਰਕੇ ਅਸੀਂ ਸ਼ਹਿਰ 'ਚ ਰੁਕੇ ਹਾਂ, ਗੁਰੂ ਅਰਜਨ ਕੌਣ ਹੈ? ਉਸ ਸਿੱਖ ਨੇ ਆਲੇ ਦੁਆਲੇ ਵੇਖਿਆ, ਗੁਰੂ ਸਾਹਿਬ ਕਿਤੇ ਨਜ਼ਰ ਨਾ ਆਏ, ਕਹਿੰਦਾ ਸੰਗਤ ਦੇ ਵਿੱਚ ਹੋਣਗੇ, ਕਿਸੇ ਨੂੰ ਅੱਗੇ ਜਾ ਕੇ ਪੁੱਛ ਲਓ। ਹੋਰ ਅੱਗੇ ਗਿਆ, ਹੁਣ ਵੇਖਿਓ ਗੁਰੂ ਕਿਵੇਂ ਦਾ ਸਾਡਾ। ਫਿਰ ਇੱਕ ਸੰਗਤ ਦੇ ਵਿੱਚ ਤੁਰੇ ਜਾਂਦੇ ਸਿੱਖ ਨੂੰ, ਸੇਵਾ ਕਰ ਰਹੇ ਨੂੰ ਕਹਿੰਦਾ ਕਿ ਮੈਂ ਵੇਖਣਾ ਚਾਹੁੰਦਾ ਗੁਰੂ ਅਰਜਨ ਕਿਹੜਾ ਹੈ, ਸਿੱਖਾਂ ਦਾ ਗੁਰੂ। ਤੇ ਸਿੱਖ ਦਾ ਜਵਾਬ ਪਤਾ ਕੀ ਹੈ? ਕਹਿੰਦਾ ਕਾਬਲ ਤੋਂ ਸੰਗਤ ਆਈ ਹੈ, ਉਹ ਜਿਹੜੇ ਜੋੜਿਆਂ ਦੇ ਵਿੱਚ ਬੈਠੇ ਸੰਗਤ ਦੇ ਜੋੜਿਆਂ ਦੀ ਸੇਵਾ ਕਰ ਰਹੇ ਨੇ, ਉਹ ਗੁਰੂ ਅਰਜਨ ਨੇ। ਹੁਣ ਖਿਆਲ ਕਰਿਓ ਗੁਰੂ ਕੈਸਾ ਹੈ। ਸੰਗਤ ਦੇ ਜੋੜਿਆਂ ਦੀ ਸੇਵਾ। ਤੇ ਮਾਫ ਕਰਨਾ, ਜਿਹੜੇ ਅੱਜ ਕੱਲ੍ਹ ਦੇ ਦੇਹਧਾਰੀ ਬਾਬੇ ਨੇ, ਸਾਰਾ ਦਿਨ ਆਪਣੀ ਸੇਵਾ ਕਰਾਉਂਦੇ ਨੇ, ਸਾਰਾ ਦਿਨ ਲੋਕ ਉਹਨਾਂ ਦੇ ਗੋਡੇ ਘੁੱਟਦੇ ਘੁੱਟਦੇ ਥੱਕ ਜਾਂਦੇ ਨੇ, ਪਰ ਉਹਨਾਂ ਦੀ ਥਕਾਨ ਨਹੀਂ ਰਹਿੰਦੀ। ਪਰ ਗੁਰੂ ਦੀ ਵਿਚਾਰਧਾਰਾ, ਗੁਰੂ ਦੀ ਸ਼ਖਸੀਅਤ ਕੈਸੀ ਹੈ ਕਿ ਸਿੱਖ ਕਹਿ ਰਿਹਾ ਹੈ ਕਿ ਕਾਬਲ ਦੀ ਸੰਗਤ ਆਈ ਹੈ। ਹੈਰਾਨ ਹੋ ਗਿਆ ਭਾਈ ਮੰਝ ਕਿ ਸਾਡੇ ਮਜ਼ਾਵਰ ਤਾਂ ਉੱਠ ਕੇ ਆਸ਼ੀਰਵਾਦ ਨਹੀਂ ਦਿੰਦੇ,
ਜਾ ਕੇ ਕੋਲ ਜਾਣਾ ਪੈਂਦਾ, ਇਹ ਗੁਰੂ ਕਿਵੇਂ ਦਾ ਹੈ, ਇਸ ਗੁਰੂ ਦੀ ਵਿਚਾਰਧਾਰਾ, ਗੁਰੂ ਦੀ ਸ਼ਖਸੀਅਤ ਕਿਵੇਂ ਦੀ ਹੈ। ਸੰਗਤ ਆਈ ਹੈ, ਸੰਗਤ ਦੇ ਜੋੜੇ ਗੁਰੂ ਚਾੜ ਰਿਹਾ, ਕਿਵੇਂ ਦਾ ਗੁਰੂ, ਕਿਵੇਂ ਦੀ ਨਿਰਮਾਣਤਾ। ਭਾਈ ਮੰਝ ਦੇ ਕੋਲ ਰਿਹਾ ਨਾ ਗਿਆ, ਚਲੇ ਗਏ ਕੋਲ, ਤੇ ਕੋਲ ਜਾ ਕੇ ਹੱਥ ਜੋੜ ਕੇ ਕਹਿੰਦੇ ਨੇ, ਕਹਿੰਦੇ ਕੋਈ ਸਵਾਲ ਨਹੀਂ ਪਾਤਸ਼ਾਹ, ਕੁਛ ਪੁੱਛਣ ਦੀ ਲੋੜ ਨਹੀਂ, ਬਸ ਮੇਰੀ ਝੋਲੀ 'ਚ ਸਿੱਖੀ ਪਾ ਦਿਓ। ਗੁਰਦੇਵ ਪਾਤਸ਼ਾਹ ਦਾ ਜਵਾਬ ਬੜਾ ਪਿਆਰਾ ਹੈ, ਸਾਡੇ ਪ੍ਰਾਤਨ ਸਰੋਤਾਂ 'ਚ ਮਿਲਦਾ ਹੈ। ਸੁਣ ਕੇ ਸ੍ਰੀ ਅਰਜਨ ਫਰਮਾਇਓ, ਆਪਣੇ ਗੁਰੂ ਤੈ ਤੁਰਕ ਬਨਾਇਓ, ਤੁਰਕਨ ਕੇ ਮੁਰੀਦ ਤੁਮ ਰਹੇ, ਇਤ ਗੁਰ ਸਿੱਖੀ ਦੁਰਲਭ ਹੈ। ਭਾਈ ਮੰਝ, ਮੈਂ ਤੇਰੀ ਝੋਲੀ 'ਚ ਸਿੱਖੀ ਕਿਵੇਂ ਪਾ ਦਿਆਂ? ਅਜੇ ਤਾਂ ਤੇਰੇ ਮਨ ਦੇ ਵਿੱਚ ਕਬਰ ਪੂਜਾ ਬੜੀ ਬੈਠੀ ਆ, ਅਜੇ ਤੇ ਤੁਰਕ ਬੈੜੇ ਬੈਠੇ ਨੇ। ਇਹ ਸਿੱਖੀ ਕੋਈ ਬਰਤਨ ਨਹੀਂ ਹੈ ਕਿ ਇੱਕ ਬਰਤਨ ਦੇ ਉੱਪਰ ਦੂਜਾ ਬਰਤਨ ਟਿਕਾ ਦੇਵਾਂ। ਸਿੱਖੀ ਕੋਈ ਐਵੇਂ ਦੀ ਚੀਜ਼ ਨਹੀਂ ਹੈ ਕਿ ਤੂੰ ਸਖੀ ਸਰਵਰ ਦੀ ਪੂਜਾ ਵੀ ਆਪਣੀ ਝੋਲੀ ਦੇ ਵਿੱਚ ਪਾ ਕੇ ਰੱਖੇ ਤੇ ਸਿੱਖ ਵੀ ਬਣਨਾ ਚਾਹੇ, ਜਿਵੇਂ ਅੱਜ ਅਸੀਂ ਬਣੇ ਹੋਏ ਨਾ। ਕਬਰ ਆ ਗਈ, ਇਹਨੂੰ ਵੀ ਮੱਥਾ ਟੇਕ ਹੀ ਲਓ, ਮੰਦਰ ਆ ਗਿਆ, ਮੱਥਾ ਟੇਕ ਹੀ ਲਓ, ਪਿੰਡੋਂ ਟਰਾਲੀ ਚੱਲੀ ਆ, ਬਾਬਿਆਂ ਦੇ ਚੱਲੀ, ਉਹ ਭਾਵੇਂ ਰਾਧਾ ਸਵਾਮੀਆਂ ਦੇ ਲਹਿਜੇ ਵਿੱਚ ਬਹਿ ਹੀ ਜਾਓ, ਤੇ ਰੋਜ਼ ਸਵੇਰੇ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ, ਮੰਨਣਾ ਨਹੀਂ। ਪਰ ਜਿਹੜਾ ਵੀ ਬਾਬਾ ਰਾਹ 'ਚ ਆ ਜਾਏ, ਮੱਥਾ ਟੇਕਣਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕੋਈ ਪਰਵਾਹ ਨਹੀਂ ਸਾਨੂੰ। ਇਸ ਵਿਚਾਰਧਾਰਾ ਦੇ ਨਾਲ ਸਾਨੂੰ ਕੋਈ ਸਰੋਕਾਰ ਨਹੀਂ। ਪਰ ਗੁਰੂ ਸਾਹਿਬ ਨੇ ਕਿਹਾ ਕਿ ਮੈਂ ਤੇਰੇ ਹਿਰਦੇ ਦੇ ਵਿੱਚ ਸਿੱਖੀ ਨੂੰ ਓਨਾ ਚਿਰ ਟਿਕਾ ਹੀ ਨਹੀਂ ਸਕਦਾ ਜਿੰਨਾ ਚਿਰ ਇਸ ਹਿਰਦੇ ਦੇ ਭਾਂਡੇ ਨੂੰ ਸਾਫ਼ ਨਹੀਂ ਕਰਦਾ। ਇਹ 'ਚ ਤਾਂ ਇੱਕ ਹੀ ਚੀਜ਼ ਟਿਕੂਗੀ। ਸੁਣ ਕੇ ਸ੍ਰੀ ਅਰਜਨ ਫਰਮਾਇਓ, ਆਪਣੇ ਗੁਰੂ ਤੈ ਤੁਰਕ ਬਨਾਇਓ, ਤੁਰਕਨ ਕੇ ਮੁਰੀਦ ਤੁਮ ਰਹੇ, ਇਤ ਗੁਰ ਸਿੱਖੀ ਦੁਰਲਭ ਹੈ। ਦੁਬਦਾ 'ਚ ਨਹੀਂ ਮੈਂ ਰਹਿਣ ਦੇਣਾ। ਜੇ ਗੁਰੂ ਨਾਨਕ ਦੇ ਦਰ ਦੀ ਸਿੱਖੀ ਲੈਣੀ ਹੈ ਤੇ ਬਾਕੀ ਸਿੱਖੀਆਂ ਛੱਡ ਦਿਓ। ਜੇਕਰ ਬਾਕੀ ਸਿੱਖੀਆਂ ਰੱਖਣੀਆਂ ਨੇ ਤੇ ਭੁੱਲ ਜਾਓ ਕਿ ਗੁਰੂ ਨਾਨਕ ਸਾਹਿਬ ਦੀ ਸਿੱਖੀ ਮਿਲ ਜਾਂਦੀ ਹੈ। ਭਾਈ ਮੰਝ ਆਪਣੇ ਸੰਗੀਆਂ ਨੂੰ ਕਹਿੰਦਾ, ਤੁਸੀਂ ਚਲੇ ਜਾਓ ਨਿਗਾਹੇ, ਤੁਸੀਂ ਚਲੇ ਜਾਓ ਧੋਕਲ, ਤੁਸੀਂ ਚਲੇ ਜਾਓ ਵਜ਼ੀਰਾਬਾਦ, ਮੈਂ ਤੇ ਹੁਣ ਗੁਰੂ ਦੇ ਚਰਨਾਂ 'ਚ ਟਿਕ ਗਿਆ। ਐਸਾ ਗੁਰੂ ਦੇ ਚਰਨਾਂ ਦੇ ਵਿੱਚ ਟਿਕਿਆ ਕਿ ਜਿਹੜੇ ਗੁਰਦੇਵ ਪਾਤਸ਼ਾਹ ਨੇ ਕਿਹਾ ਸੀ ਕਿ ਭਾਈ ਮੰਝ ਹਿਰਦੇ ਰੂਪੀ ਭਾਂਡੇ 'ਚੋਂ ਬਾਕੀ ਸਿੱਖੀਆਂ ਨੂੰ ਕੱਢ ਦੇ, ਫਿਰ ਗੁਰੂ ਨਾਨਕ ਦੇ ਦਰ ਦੀ ਸਿੱਖੀ ਪੈ ਸਕਦੀ ਹੈ। ਅੱਜ ਉਸ ਗੁਰੂ ਨੇ ਖੁਦ ਹਿਰਦੇ ਦੇ ਨਾਲ ਲਾ ਕੇ ਇਹ ਗੱਲ ਕਹੀ, ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਇਥਾ, ਜਗ ਲੰਘਣ ਹਾਰਾ। ਗੁਰੂ ਸਾਹਿਬ ਨੇ ਗੱਲ ਦੇ ਨਾਲ ਲਾ ਲਿਆ। ਕਦੋਂ ਲਾਇਆ? ਜਦੋਂ ਮਨ ਦੇ ਵਿੱਚੋਂ ਦੁਬਿਧਾ ਕੱਢ ਦਿੱਤੀ। ਅਜੇ ਸਾਡੇ ਮਨ 'ਚ ਇੱਕ ਡਰ ਹੈ, ਇੱਕ ਸ਼ਬਦ ਹੈ। ਜਿੰਨਾ ਚਿਰ ਉਸ ਸ਼ਬਦ ਦਾ ਭੈ ਤੇ ਭਉ ਸਾਡੇ ਮਨ ਦੇ ਵਿੱਚ ਨਹੀਂ ਪੈਦਾ ਹੁੰਦਾ, ਅਸੀਂ ਬਾਹਰ ਹੀ ਡਰਦੇ ਹਾਂ। ਅਸੀਂ ਡਰਦੇ ਹਾਂ ਕਬਰ ਨੂੰ ਮੱਥਾ ਨਾ ਟੇਕਿਆ, ਕਿਤੇ ਨੁਕਸਾਨ ਨਾ ਹੋ ਜਾਵੇ। ਅੱਜ ਜਾਂਦਿਆਂ ਵੀਰ ਜੀ ਨੂੰ ਪਤਾ ਹੈ, ਸਾਡੇ ਲਾਗੇ ਪਿੰਡ ਮੱਤੇਵਾਲ ਥਾਣੇ, ਜਿੱਥੇ ਮੱਤੇਵਾਲ ਥਾਣਾ ਹੈ, ਉੱਥੇ ਪਹਿਲਾਂ ਇੱਕ ਕਬਰ ਹੋਇਆ ਕਰਦੀ ਸੀ। ਬਾਅਦ ਦੇ ਵਿੱਚ ਉੱਥੇ ਸੁਸਾਇਟੀ ਦਾ ਦਫ਼ਤਰ ਬਣ ਗਿਆ, ਫਿਰ ਉੱਥੇ ਥਾਣਾ ਬਣ ਗਿਆ। ਤੇ ਜਿਹੜੇ ਪੁਰਾਣੇ ਬਜ਼ੁਰਗ ਜਿਨ੍ਹਾਂ ਨੂੰ ਆਦਤ ਪਈ ਸੀ ਨਾ ਕਿ ਕਬਰ ਦੇ ਲੰਘਦਿਆਂ ਮੱਥਾ ਝੁਕਾ ਕੇ ਜਾਣਾ, ਹੁਣ ਉੱਥੇ ਥਾਣਾ ਬਣਿਆ ਹੁੰਦਾ ਸੀ, ਫਿਰ ਵੀ ਮੱਥਾ ਝੁਕਾ ਕੇ ਜਾਂਦੇ ਸੀ, ਕਬਰ ਹੈ ਨਹੀਂ ਉੱਥੇ। ਉਹ ਮਨ ਦੇ ਵਿੱਚੋਂ ਗੱਲ ਘਰ ਕਰ ਚੁੱਕੀ ਹੈ। ਉਹ ਸਾਡੇ ਮਨਾਂ ਦੇ ਵਿੱਚ ਵੀ ਇਹ ਜਿਹੜਾ ਡਰ ਹੈ, ਜਿਹੜਾ ਭੈ ਹੈ, ਉਹ ਘਰ ਕਰ ਚੁੱਕਾ ਹੈ। ਤੇ ਸੱਚ ਜਾਣਿਓ, ਸਾਡਾ ਜਿੰਨਾ ਵੀ ਵਿਚਾਰਧਾਰਕ ਪੱਖ ਦੇ ਉੱਪਰ ਨੁਕਸਾਨ ਹੁੰਦਾ ਹੈ, ਉਹ ਇਸ ਡਰ ਦੇ ਕਰਕੇ ਹੁੰਦਾ, ਇਸ ਭੈ ਦੇ ਵਿੱਚੋਂ ਉਹ ਪੈਦਾ ਹੁੰਦਾ ਹੈ।